सत श्री अकाल, नमस्कार, याली मदद, गुड मॉर्निंग टू कैलगरी। आप सबका स्वागत है हमारे प्रोग्राम पॉलिटिक्स एनीवेयर एंड एवरीवेयर में। ये हमारा पहला एपिसोड और आप सबको हमारी सबकी तरफ से प्यार सत्कार। आज हम बैठे हैं सिटी हॉल में और आई एम फीलिंग वेरी proud because this is a new building and this is the first time I'm here and with Honorable Ms. ज्योति गौंडक। आइए मिलकर उनका स्वागत करें और जानें कि अब क्या क्या होने वाला है इस शहर में और क्या क्या मस्ती होने वाली है, क्या क्या चीज़ें चेंजेस आने वाले हैं इस शहर में, क्योंकि मिस ज्योति गौंडक इस समय इस शहर की मेयर हैं। मैम, वेलकम टू द शो। Thank you जी, सबने प्यार भरी सत श्री अकाल जी, नमस्ते, अस्सलाम वालेकुम। Thank you for having me on. This is an amazing building, ma'am, and I think it's very old and ਇਹਨੂੰ ਦੁਬਾਰਾ reconstruct ਕਰਕੇ ਦੁਬਾਰਾ ਇਹਨੂੰ ਖੜਾ ਕੀਤਾ ਗਿਆ ਹੈ। How you feel about this building first of all? ਦੇਖੋ ਜੀ, ਇਸ ਬਿਲਡਿੰਗ ਵਿੱਚ ਆ ਕੇ ਇੰਨਾ ਇੱਕ ਤਾਂ ਮਜ਼ਾ ਆਉਂਦਾ ਹੈਗਾ, ਬਾਕੀ ਜਿਹੜੀ ਜ਼ਿੰਮੇਵਾਰੀ ਹੈਗੀ ਉਹਦਾ ਪਤਾ ਲੱਗਦਾ ਹੈਗਾ, ਉਹਦਾ weight ਪੂਰਾ ਆਉਂਦਾ ਹੈਗਾ ਜਦੋਂ ਇਸ ਬਿਲਡਿੰਗ ਵਿੱਚ ਆਈਦਾ। ਪਤਾ ਲੱਗਦਾ ਵੀ ਗਵਰਨਮੈਂਟ ਦੀ ਸੀਟ ਹੈਗੀ ਹੈ, ਗਵਰਨਮੈਂਟ ਦੀ ਪੋਜੀਸ਼ਨ ਹੈਗੀ ਹੈ ਤੇ ਇਹ ਜਿਹੜੀ ਸੇਵਾ ਕਰਨੀ ਹੈਗੀ ਹੈ ਕਿੰਨੀ ਜ਼ਰੂਰੀ ਚੀਜ਼ ਹੈਗੀ ਹੈ। ਤੇ ਮੈਂ ਕਹੂੰਗੀ ਸਾਰਿਆਂ ਨੂੰ, ਜੇ ਕਦੇ ਮੌਕਾ ਮਿਲਦਾ ਹੈਗਾ ਜਦੋਂ ਸਾਡੇ ਵੇਰੀਅਸ ਇਵੈਂਟਸ ਹੁੰਦੇ ਹੈਗੇ ਆ ਕੇ ਸਾਨੂੰ ਮਿਲੋ, ਆ ਕੇ ਬਿਲਡਿੰਗ ਨੂੰ ਦੇਖੋ। ਇਸ ਨੂੰ ਰਿਸਟੋਰ ਕੀਤਾ ਗਿਆ ਸੀ ਬਾਹਰੋਂ ਪਿਛਲੇ 4-5 ਸਾਲਾਂ ਵਿੱਚ। ਸੈਂਡਸਟੋਨ ਨੂੰ ਕਾਫੀ ਡੈਮੇਜ ਹੋ ਗਿਆ ਸੀ ਓਵਰ ਟਾਈਮ ਤੇ ਹੁਣ ਰਿਸਟੋਰ ਕਰਕੇ ਬੜੀ ਵਧੀਆ ਲੱਗਦੀ ਹੈਗੀ ਹੈ। ਸਪੈਸ਼ਲੀ ਸ਼ਾਮ ਨੂੰ ਜਦੋਂ ਲਾਈਟਾਂ ਲੱਗੀਆਂ ਹੋਈਆਂ ਹੁੰਦੀਆਂ, ਆ ਕੇ ਦੇਖਿਓ ਜ਼ਰੂਰ। ਕੀ ਬਾਤ ਹੈ ज्योति जी, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈ। ਅੱਜ ਤੁਸੀਂ ਇੰਨੀ ਉੱਚੀ ਤੇ ਬਹੁਤ ऑनरेबल सीट ਤੇ ਬੈਠੇ ਹੋ and you're the first female mayor for this amazing city. It's a proud moment because ਅਸੀਂ ਗੱਲ ਕਰਦੇ ਹਾਂ ਹਮੇਸ਼ਾ women empowerment ਦੀ, ਤੇ ਅੱਜ ਤੁਸੀਂ ਇੱਕ ਐਗਜ਼ਾਮਪਲ ਹੈਗੇ ਹੋ ਜਿਨ੍ਹਾਂ ਨੇ ਉਹ ਐਗਜ਼ਾਮਪਲ ਹੋਰ ਅੱਗੇ ਵਧਾਇਆ ਹੈਗਾ that everybody is equal and ਅਸੀਂ ਕਦੇ ਵੀ ਕੁੜੀਆਂ ਨੂੰ ਤੇ women ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ। ਲੋਕਾਂ ਨੇ ਤੁਹਾਨੂੰ ਇੱਕ ਵੱਡੀ ਮੈਂਡੇਟ ਨਾਲ ਇੱਥੇ ਪਹੁੰਚਾਇਆ ਕਿਉਂਕਿ ਉਹਨਾਂ ਨੂੰ ਤੁਹਾਡੇ ਅੰਦਰ ਵਿਸ਼ਵਾਸ ਹੈਗਾ ਕਿ ਜੋ ਤੁਸੀਂ ਪ੍ਰੋਮਿਸਿਸ ਇਲੈਕਸ਼ਨ ਵੇਲੇ ਕੀਤੇ ਸੀਗੇ ਉਹ ਹੁਣ ਤੁਸੀਂ ਜ਼ਰੂਰ ਪੂਰੇ ਕਰੋਗੇ ਤੇ ਪਲੱਸ ਹੋਰ ਜਿਹੜੀ ਚੇਂਜਸ ਹੈਗੀਆਂ, ਹੋਰ ਇਸ ਸਿਟੀ ਨੂੰ ਵਧੀਆ ਬਣਾਉਣ ਦੇ ਜਿਹੜੇ ਉਪਰਾਲੇ ਹੈਗੇ ਉਹ ਤੁਸੀਂ ਲੈ ਕੇ ਆਓਗੇ। ਆਈ ਨੋ ਸਾਡੇ ਕੋਲ ਬਹੁਤ ਘੱਟ ਟਾਈਮ ਹੈਗਾ ਤੇ ਅਸੀਂ ਉਸ ਘੱਟ ਟਾਈਮ 'ਚ ਸਿਰਫ ਇੱਕ ਰੈਪਿਡ ਰਾਊਂਡ ਕਰਾਂਗੇ। ਜਿਹੜੇ ਤੁਸੀਂ ਪ੍ਰੋਮਿਸਿਸ ਕੀਤੇ ਸੀਗੇ ਇਲੈਕਸ਼ਨ ਵੇਲੇ, ਹਾਲੇ ਤੁਹਾਨੂੰ ਮੈਨੂੰ ਪਤਾ ਤੁਹਾਨੂੰ ਬਹੁਤ ਘੱਟ ਟਾਈਮ ਹੋਇਆ, ਕੁਝ ਸਟੈਪਸ ਤੁਸੀਂ ਲਏ? ਹਾਂਜੀ, ਪਹਿਲਾਂ ਮੈਂ ਕਹਿਣਾ ਚਾਹੁੰਦੀ ਹਾਂ ਵੀ ਵਧਾਈਆਂ ਮੈਂ ਅਪਰੀਸ਼ੀਏਟ ਕਰਦੀ ਹਾਂ ਜੀ, ਪਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਵੀ ਇਹ ਜਿੱਤ ਆਪਣੀ ਸਾਰਿਆਂ ਦੀ ਜਿੱਤ, ਸਿਰਫ ਮੇਰੀ ਨਹੀਂ। ਵੋਟਰਸ ਤੋਂ ਬਿਨਾਂ ਮੈਂ ਇਸ ਪੋਜੀਸ਼ਨ ਵਿੱਚ ਹੋ ਨਹੀਂ ਸੀ ਸਕਦੀ। ਸੋ ਆਪਣੀ ਕਮਿਊਨਿਟੀ ਨੂੰ ਇਸ ਚੀਜ਼ ਵਿੱਚ ਬੜੀ ਪ੍ਰਾਈਡ ਲੈਣੀ ਚਾਹੀਦੀ ਹੈਗੀ ਹੈ ਵੀ ਆਪਾਂ ਮੇਰੇ ਵਰਗੇ ਪਰਸਨ ਨੂੰ ਇਸ ਪੋਜੀਸ਼ਨ ਵਿੱਚ ਲਾਇਆ ਹੈਗਾ। ਸੋ ਥੈਂਕ ਯੂ, ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਚਾਹੀਦਾ ਹੈਗਾ। ਬਾਕੀ ਜਿਹੜੀਆਂ ਗੱਲਾਂ ਮੈਂ ਸੁਣੀਆਂ ਸੀਗੀਆਂ ਕੈਂਪੇਨ ਵੇਲੇ ਤੇ 4 ਸਾਲਾਂ ਵਿੱਚ ਜਿਹੜੀਆਂ ਸੁਣੀਆਂ ਸੀਗੀਆਂ ਕੰਸਟੀਚੂਐਂਟਸ ਤੋਂ, ਜਦੋਂ ਮੈਂ ਵਾਰਡ 3 ਦੀ ਰਿਪਰੈਜ਼ੈਂਟੇਟਿਵ ਸੀਗੀ, ਕਾਫੀ ਚੀਜ਼ਾਂ ਅਸੀਂ ਐਡਵਾਂਸ ਕੀਤੀਆਂ ਸੀ ਪਿਛਲੇ ਟਰਮ ਵਿੱਚ। ਐਤਕੀ ਹੁਣ ਅਸੀਂ ਕਲਾਈਮੇਟ ਡੈਕਲੇਰੇਸ਼ਨ ਇਮੀਡੀਏਟਲੀ ਕਰ ਦਿੱਤਾ ਸੀਗਾ। ਇਹ ਡੈਕਲੇਰੇਸ਼ਨ ਇੱਕ ਬੜੇ ਸਪੈਸੀਫਿਕ ਪਰਪਸ ਵਾਸਤੇ ਕੀਤਾ। ਜਦੋਂ ਸ਼ਹਿਰ ਆਪਦੇ ਆਪ ਨੂੰ ਸੀਰੀਅਸਲੀ ਲੈ ਕੇ ਕਹਿੰਦਾ ਹੈਗਾ ਵੀ ਅਸੀਂ ਕਲਾਈਮੇਟ ਐਕਸ਼ਨ ਲਵਾਂਗੇ, ਦੁਨੀਆ ਦਾ ਇੰਟਰਸਟ ਆ ਜਾਂਦਾ ਹੈ ਤੇ ਆਪਾਂ ਇਹ ਚੀਜ਼ ਦੇਖੀ ਹੈਗੀ ਹੈ। ਜਿਹੜੇ ਇਨਵੈਸਟਰਸ ਹੈਗੇ ਹੈ, ਜਿਹੜੇ ਪੈਸੇ ਦੇਣਾ ਚਾਹੁੰਦੇ ਹੈਗੇ ਹੈ ਟੈਕਨੋਲੋਜੀ ਨੂੰ, ਇਨੋਵੇਟਿਵ ਸੋਲੂਸ਼ਨਸ ਨੂੰ, ਉਹ ਹੁਣ ਕੈਲਗਰੀ ਨੂੰ ਅਟੈਂਸ਼ਨ ਦੇਣ ਲੱਗ ਪਏ ਹੈਗੇ। ਬੜੀ ਅੱਛੀ ਚੀਜ਼ ਹੈਗੀ ਹੈ। ਸੈਕੰਡਲੀ ਜੀ, ਅਸੀਂ ਸੁਣਿਆ ਸੀਗਾ ਵੀ ਜਿਹੜੀ ਹਾਊਸਿੰਗ ਸਿਚੁਏਸ਼ਨ ਹੈਗੀ ਹੈ, ਪਾਰਟਿਕੂਲਰਲੀ ਹੋਮਲੈਸ ਸਿਚੁਏਸ਼ਨ, ਮੈਂਟਲ ਹੈਲਥ, ਐਡਿਕਸ਼ਨਸ, ਇਹ ਸਾਰਾ ਜਿਹੜਾ ਚੱਕਰ ਚੱਲਦਾ ਹੈਗਾ ਤੇ ਲੋਕਾਂ ਨੂੰ ਵਲਨਰੇਬਲ ਪੋਜੀਸ਼ਨਸ ਵਿੱਚ ਲਿਆ ਦਿੰਦਾ ਹੈਗਾ, ਉਸ ਚੀਜ਼ ਨੂੰ ਟੈਕਲ ਕਰੋ। ਤੇ ਅਸੀਂ ਕਾਉਂਸਲ ਨੇ ਇੱਕਦਮ ਕੋਸ਼ਿਸ਼ ਕੀਤੀ ਹੈਗੀ ਹੈ ਵੀ ਅਸੀਂ ਦੇਖੀਏ ਵੀ ਹੋਮਲੈਸ ਨੂੰ ਕਿਹੜੇ ਤਰੀਕੇ ਨਾਲ ਟੈਕਲ ਕੀਤਾ ਜਾਵੇ ਫੈਡਰਲ ਤੇ ਪ੍ਰੋਵਿੰਸ਼ਲ ਗਵਰਨਮੈਂਟ ਦੇ ਨਾਲ। ਤੀਸਰੀ ਚੀਜ਼ ਜੀ, ਅਸੀਂ ਸੁਣਿਆ ਸੀਗਾ ਵੀ ਸਾਡੇ ਡਾਊਨਟਾਊਨ ਦਾ ਜਿਹੜਾ ਹਾਲ ਹੈਗਾ ਉਹ ਥੋੜ੍ਹਾ ਜਿਹਾ ਠੀਕ ਹੋ ਜਾਏ। ਜੀ, ਆਫ ਕੋਰਸ। ਤੇ ਅਸੀਂ ਅਪ੍ਰੈਲ ਵਿੱਚ ਕਮਿਟਮੈਂਟ ਕੀਤੀ ਸੀ ਪੁਰਾਣੇ ਕਾਉਂਸਲ ਨੇ ਵੀ ਅਸੀਂ ਪੈਸੇ ਇਨਵੈਸਟ ਕੀਤੇ ਸੀ। ਐਸ ਕਾਉਂਸਲ ਨੇ ਦੇਖਿਆ ਵੀ ਜਿਹੜੇ 45 ਮਿਲੀਅਨ ਅਸੀਂ ਇਨਸੈਂਟਿਵ ਪ੍ਰੋਗਰਾਮ ਵਾਸਤੇ ਕੀਤੇ ਸੀ ਉਹ ਇੱਕਦਮ ਟੇਕ ਅਪ ਹੋ ਗਏ ਸੀਗੇ। ਸੋ ਅਸੀਂ 55 ਮਿਲੀਅਨ ਹੋਰ ਇਨਵੈਸਟ ਕਰ ਦਿੱਤੇ ਹੈਗੇ ਇਨਸੈਂਟਿਵ ਪ੍ਰੋਗਰਾਮਸ ਵਿੱਚ ਵੀ ਸਾਡੀਆਂ ਵੇਕੈਂਸੀਜ਼ ਆਕਿਊਪਾਈ ਹੋ ਜਾਣ ਤੇ ਸ਼ਹਿਰ ਵਿੱਚ ਥੋੜ੍ਹੀ ਜਿਹੀ ਰੌਣਕ ਲੱਗ ਜੇ ਤੇ ਲੋਕ ਇੱਥੇ ਰਹਿਣ ਲੱਗ ਪੈਣ, ਡਾਊਨਟਾਊਨ ਆਪਦੇ ਬਿਜ਼ਨਸਿਸ ਇੱਥੇ ਖੋਲ੍ਹ ਲੈਣ ਤੇ ਦੁਨੀਆ ਨੂੰ ਪਤਾ ਲੱਗ ਜੇ ਵੀ ਇਸ ਸ਼ਹਿਰ ਨੇ ਆਪਦੇ ਆਪ ਵਿੱਚ ਇਨਵੈਸਟ ਕੀਤਾ, ਅਸੀਂ ਵੀ ਆ ਕੇ ਨਾਲ ਰਲ ਕੇ ਕਰੀਏ। ਐਬਸੋਲੂਟਲੀ। ਇੱਕ ਨਵਾਂ ਵੇਰੀਐਂਟ ਆ ਗਿਆ ਕਰੋਨਾ ਦਾ
ਤੇ ਲੋਕੀ ਹਲੇ ਵੀ ਥੋੜੇ ਘਬਰਾਏ ਹੋਏ ਨੇ, ਬਾਹਰ ਨਹੀਂ ਨਿਕਲ ਰਹੇ ਨੇ। ਤੁਸੀਂ ਬਹੁਤ ਵੱਡੇ ਐਡਵੋਕੇਟ ਹੈਗੇ ਹੋ ਸਮਾਲ ਬਿਜ਼ਨੈਸਿਸ ਦੇ, ਸੋ what are the changes you're bringing in for small businesses ਤੇ ਤੁਸੀਂ ਉਹਨਾਂ ਨੂੰ ਕਿਵੇਂ ਹੈਲਪ ਕਰ ਰਹੇ ਹੋ ਐਜ਼ ਅ ਮੇਅਰ, ਤੇ ਤਾਂ ਕਿ ਉਹ ਥੋੜਾ ਜਿਹਾ ਹੋਰ ਉਹਨਾਂ 'ਚ ਉਤਸ਼ਾਹ ਆਵੇ ਤੇ ਉਹ ਥੋੜਾ ਹੋਰ ਅੱਗੇ ਵਧਣ? ਦੇਖੋ ਜੀ, ਕੋਵਿਡ-19 ਦੇ ਪਹਿਲੇ ਦਿਨਾਂ ਵਿੱਚ ਸਾਰਿਆਂ ਨੂੰ ਬਹੁਤ ਸ਼ੱਕ ਹੋ ਗਿਆ ਸੀਗਾ ਵੀ ਆਪਾਂ ਇਸ ਚੀਜ਼ ਵਿੱਚੋਂ ਨਿਕਲਾਂਗੇ ਕਿਵੇਂ। ਜੀ ਤੇ ਉਦੋਂ ਅਸੀਂ ਕਾਫੀ ਪੁਸ਼ ਕੀਤਾ ਸੀਗਾ ਐਜ਼ ਅ ਲੋਕਲ ਗਵਰਨਮੈਂਟ ਵੀ ਆਪਾਂ ਨੂੰ ਮੈਜਰਸ ਲੈਣੇ ਪੈਣਗੇ। ਉਦੋਂ ਵੈਕਸੀਨਸ ਹੈ ਨਹੀਂ ਸੀਗੀਆਂ, ਸੋ ਆਪਾਂ ਕਿਹਾ ਸੀਗਾ ਵੀ ਮਾਸਕਸ ਨੂੰ ਆਪਾਂ ਮੈਂਡੇਟ ਕਰ ਦਈਏ, ਐਟਲੀਸਟ ਬਿਜ਼ਨੈਸਿਸ ਖੁੱਲ੍ਹੇ ਰਹਿ ਸਕਦੇ ਆ ਜੇ ਲੋਕ ਆਪਦੇ ਆਪ ਨੂੰ ਪ੍ਰੋਟੈਕਟ ਕਰਨਗੇ। ਤੇ ਅਸੀਂ ਦੇਖਿਆ ਸੀਗਾ ਪਿਛਲੇ ਸਾਲ ਅਗਸਤ ਵਿੱਚ ਜਦੋਂ ਅਸੀਂ ਉਸ ਚੀਜ਼ ਨੂੰ ਪਾਸ ਕੀਤਾ, ਕੰਜ਼ਿਊਮਰ ਕੌਨਫੀਡੈਂਸ ਥੋੜ੍ਹਾ ਜਿਹਾ ਮੁੜ ਕੇ ਆ ਗਿਆ ਸੀਗਾ ਤੇ ਸਮਾਲ ਬਿਜ਼ਨੈਸਿਸ ਨੂੰ ਬਹੁਤ ਮਦਦ ਹੋਈ। ਬਾਕੀ ਅਸੀਂ ਪੈਟੀਓਸ ਖੋਲ੍ਹਣ ਵਾਸਤੇ ਇਹ ਜਿਹੀਆਂ ਚੀਜ਼ਾਂ ਵਾਸਤੇ ਬਹੁਤ ਰਿਲੈਕਸੇਸ਼ਨਸ ਦੇ ਦਿੱਤੀਆਂ ਸੀਗੀਆਂ। ਹੁਣ ਮੈਨੂੰ ਕਹਿਣਾ ਪਊਗਾ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵੈਕਸੀਨ ਰੋਲ ਆਊਟ ਦੇ ਨਾਲ ਤੇ ਜਿਹੜਾ ਰਿਸਟ੍ਰਿਕਸ਼ਨਸ ਐਗਜ਼ੈਂਪਸ਼ਨ ਪ੍ਰੋਗਰਾਮ ਹੈਗਾ ਉਹਦੇ ਨਾਲ ਸਾਡੇ ਬਿਜ਼ਨਸਿਸ ਖੁੱਲ੍ਹੇ ਰਹੇ ਹੈਗੇ। ਪਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕੈਲਗੇਰੀਅਨਸ ਨੂੰ ਵੀ ਪਲੀਜ਼, ਜਦੋਂ ਤੁਸੀਂ ਪਬਲਿਕ ਸੈਟਿੰਗ ਵਿੱਚ ਹੁੰਦੇ ਹੋ ਆਪਦਾ ਮਾਸਕ ਰੱਖੋ, ਸਪੈਸ਼ਲੀ ਜਦੋਂ ਇਨਡੋਰਸ ਹੁੰਦੇ ਆ। ਹੁਣ ਜਿਵੇਂ ਆਪਾਂ ਬੈਠੇ ਹੈਗੇ ਆ, ਪ੍ਰੈਜੈਂਟੇਸ਼ਨ ਸਿਚੁਏਸ਼ਨ ਹੈਗੀ ਹੈ, ਇਹਦੇ ਵਿੱਚ ਐਗਜ਼ੈਂਪਸ਼ਨ ਹੈਗਾ, ਨਾਲੇ ਡਬਲ ਵੈਕਸੀਨੇਸ਼ਨ ਦੀ ਪ੍ਰੂਫ ਦੇਣੀ ਪੈਂਦੀ ਹੈਗੀ ਹੈ ਜਦੋਂ ਇਹ ਜਿਹਾ ਕੁਛ ਕਰਦੇ ਹੈਗੇ ਆ। ਸੋ ਸਾਰੇ ਰੂਲਸ ਫੋਲੋ ਕਰਕੇ ਨਾ ਆਪਾਂ ਸੇਫਲੀ ਇੱਕ ਦੂਜੇ ਨੂੰ ਰਿਕਵਰੀ ਵਿੱਚ ਲਿਆਈਏ। ਸੋ ਅਸੀਂ ਬਿਜ਼ਨਸਿਸ ਦੀ ਉਵੇਂ ਰਿਸਪੌਂਸਿਬਿਲਿਟੀ ਲੈਂਦੇ ਹੈਗੇ ਆ ਜਿਵੇਂ ਦੂਸਰੇ ਗਵਰਨਮੈਂਟਸ ਦੇ ਰਿਸਟ੍ਰਿਕਸ਼ਨਸ ਵਗੈਰਾ ਹੈਗੇ ਆ, ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਹੈਲਪ ਕਰਨ ਦੀ। ਐਬਸੋਲੂਟਲੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵੈਕਸੀਨੇਸ਼ਨ ਦੀ ਪ੍ਰੂਫ ਦੇਣਾ ਪੈਂਦਾ ਹੈਗਾ, ਇਹ ਬਹੁਤ ਮੈਂਡੇਟਰੀ ਹੈਗਾ, ਹੋਣਾ ਚਾਹੀਦਾ ਹੈਗਾ। ਬਿਕੋਜ਼ ਅਸੀਂ ਨਾ ਐਜ਼ ਅ ਪਰਸਨ ਭੁੱਲ ਜਾਂਦੇ ਹਾਂ ਕਿ ਰੂਲਸ ਸਾਡੇ ਵਾਸਤੇ ਨਹੀਂ ਹੈਗੇ, ਅਸੀਂ ਹਮੇਸ਼ਾ ਕਹਿੰਦੇ ਦੂਸਰੇ ਵਾਸਤੇ ਰੂਲਸ ਹੈਗੇ ਆ। ਐਂਡ ਆਈ ਥਿੰਕ ਇਟਸ ਅ ਵੈਰੀ ਬਿਗ ਸਟੇਟਮੈਂਟ, ਕਿਉਂਕਿ ਸਾਨੂੰ ਐਜ਼ ਅ ਕੈਲਗੇਰੀਅਨ, ਐਜ਼ ਅ ਪਰਸਨ ਸਾਡੀ ਕੋਈ ਰਿਸਪੌਂਸਿਬਿਲਿਟੀਜ਼ ਹੈਗੀਆਂ। ਤੇ ਆਪਾਂ ਇਹ ਨਹੀਂ ਕਿ ਆਪਾਂ ਕਿਤੇ ਸੈਟਅਪ 'ਚ ਜਾ ਰਹੇ ਹਾਂ, ਬਟ ਆਪਾਂ ਕਿਤੇ ਵੀ ਜਾਈਏ ਆਈ ਥਿੰਕ ਵੀ ਸ਼ੁੱਡ ਫੋਲੋ ਦੀ ਕੋਵਿਡ ਰੂਲਸ ਐਂਡ ਰੈਗੂਲੇਸ਼ਨਸ, ਤੇ ਤਾਂ ਹੀ ਆਪਾਂ ਇੱਕ ਦੂਸਰੇ ਦੀ ਮਦਦ ਕਰ ਸਕਾਂਗੇ। ਹਾਂਜੀ, ਤੇ ਕਈ ਵਾਰੀ ਤਕਲੀਫ ਹੁੰਦੀ ਹੈ ਦੁਨੀਆ ਨੂੰ ਰੂਲਸ ਤੇ ਰੈਗੂਲੇਸ਼ਨਸ ਮੰਨਣ ਵਿੱਚ। ਤੇ ਕਿਹਾ ਜਾਂਦਾ ਹੈਗਾ ਵੀ ਸਾਡੇ ਫਰੀडम्स ਖੋਹ ਲਏ। ਇਹ ਗੱਲ ਨਹੀਂ, ਇਹ ਬਿਲਕੁਲ ਨਹੀਂ ਗੱਲ। ਹੁਣ ਦੇਖੋ, ਜਦੋਂ ਵੈਕਸੀਨਸ ਅਵੇਲੇਬਲ ਹੋਈਆਂ ਸੀਗੀਆਂ, ਮੈਂ ਪਹਿਲਾਂ ਆਪਦੀ ਮੰਮੀ ਨੂੰ ਲੈ ਕੇ ਗਈ, ਉਹ ਸਭ ਤੋਂ ਪਹਿਲਾਂ ਐਲੀਜੀਬਲ ਸੀਗੀ, ਉਹਨਾਂ ਨੇ ਇੱਕਦਮ ਆਪਦੇ ਲਵਾ ਲਈ ਸੀ ਵੈਕਸੀਨ। ਜਦੋਂ ਬਾਕੀ ਦੀ ਦੁਨੀਆ ਵਾਸਤੇ ਖੁੱਲ੍ਹਿਆ ਉਦੋਂ ਇੱਕਦਮ ਮੈਂ ਜਾ ਕੇ ਲਵਾ ਲਈ ਸੀ, ਬੜੇ ਪਬਲਿਕਲੀ ਮੈਂ ਕਿਹਾ ਸੀ ਵੀ ਮੈਂ ਵੀ ਵੈਕਸੀਨ ਲਵਾ ਲਈਏ। ਸੋ ਆਪਾਂ ਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਲੈਣੀ ਪਊਗੀ ਤਾਂ ਆਪਾਂ ਰਿਕਵਰੀ ਵਿੱਚ ਪਹੁੰਚਾਂਗੇ ਜੀ। ਐਬਸੋਲੂਟਲੀ, ਅਸੀਂ ਤੁਹਾਨੂੰ ਇਹੀ ਚਾਹਾਂਗੇ ਕਿ ਤੁਸੀਂ ਹੋਰ ਜ਼ੋਰ ਸ਼ੋਰ ਨਾਲ ਕੰਮ ਕਰੋ। ਤੁਸੀਂ ਸੇਵਾ ਹੀ ਕਹਿੰਦੇ ਹੋ, ਤੇ ਸੇਵਾ ਵਰਡ ਮੈਨੂੰ ਯਾਦ ਹੈ ਕਿ ਮੈਂ ਪਹਿਲੀ ਵਾਰ ਸੁਣਿਆ ਸੀਗਾ ਲੇਟ ਮਨਮੀਤ ਸਿੰਘ ਭੁੱਲਰ ਜੀ ਕੋਲੋਂ, ਤੇ ਆਈ ਬਿਲੀਵ ਕਿ ਉਹ ਇੱਕ ਇਨਸਾਨ ਸੀਗਾ ਜਿਹਨੇ ਡੈਫੀਨੇਟਲੀ ਲੋਕਾਂ ਨੂੰ ਬਹੁਤ ਕੁਝ ਸਿਖਾਇਆ। ਐਂਡ ਆਈ ਐਮ ਵੈਰੀ ਸ਼ੋਰ ਕਿ ਤੁਸੀਂ ਵੀ ਲੋਕਾਂ ਦੀ ਸੇਵਾ 'ਚ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੇ ਜ਼ਰੂਰ ਲੱਗੇ ਰਹੋਗੇ। ਬਟ ਸਾਨੂੰ ਜ਼ਿਆਦਾ ਮਾਣ ਹੈਗਾ ਕਿ ਤੁਸੀਂ ਇੰਡੀਆ ਤੋਂ ਬਿਲੋਂਗ ਕਰਦੇ ਹੋ, ਤਾਂ ਤੁਹਾਨੂੰ ਥੋੜ੍ਹਾ ਹੋਇਆ ਹੋਰ ਵਧੀਆ ਫੀਲ ਹੁੰਦਾ ਹੈਗਾ ਕਿ ਅਸੀਂ ਵੀ ਐਜ਼ ਐਨ ਇਮੀਗ੍ਰੈਂਟ ਕੁਝ ਕੰਟਰੀਬਿਊਟ ਕਰ ਰਹੇ ਹਾਂ ਇਸ ਕੰਟਰੀ 'ਚ। ਬਿਕੋਜ਼ ਇਮੀਗ੍ਰੈਂਟਸ ਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਯੂ ਡੋਂਟ ਕੰਟਰੀਬਿਊਟ ਐਨੀਥਿੰਗ, ਤੁਸੀਂ ਸਾਡੇ ਜੋਬ ਲੈ ਲਿਆ, ਆਹ ਲੈ ਲਿਆ, ਉਹ ਲੈ ਲਿਆ। ਲੇਕਿਨ ਤੁਹਾਡੇ ਜਿਹੇ ਬੰਦੇ ਹੈਗੇ ਆ ਜਿਹੜੇ ਪ੍ਰੂਵ ਕਰਦੇ ਨੇ ਕਿ ਅਸੀਂ ਵੀ ਇੱਥੇ ਕੰਟਰੀਬਿਊਟ ਕਰਨ ਆਏ ਹਾਂ। ਅਸੀਂ ਇਸ ਇਕੋਨਮੀ 'ਚ, ਇਸ ਸ਼ਹਿਰ 'ਚ, ਇਸ ਕੰਟਰੀ 'ਚ, ਇਸ ਪ੍ਰੋਵਿੰਸ ਜਿੰਨਾ ਹੋ ਸਕੇਗਾ ਅਸੀਂ ਹਾਰਡ ਵਰਕ ਦੇਵਾਂਗੇ ਤੇ ਕੁਝ ਪ੍ਰੂਵ ਕਰਕੇ ਦਿਖਾਵਾਂਗੇ। ਐਬਸੋਲੂਟਲੀ, ਤੇ ਆਪਾਂ ਜੇ ਇਹ ਚੀਜ਼ਾਂ ਹਾਈਲਾਈਟ ਨਹੀਂ ਕਰਦੇ ਤਾਂ ਫਿਰ ਇਹ ਆਪਣੀ ਕਮੀ ਹੈਗੀ। ਆਪਾਂ ਨੂੰ ਜ਼ਰੂਰ ਹਾਈਲਾਈਟ ਕਰਨਾ ਚਾਹੀਦਾ ਵੀ ਇਮੀਗ੍ਰੈਂਟਸ ਦੀਆਂ ਕੰਟਰੀਬਿਊਸ਼ਨਸ ਕੀ ਹੈਗੀਆਂ, ਤੇ ਮੈਂ ਇਸ ਸੀਟ ਵਿੱਚੋਂ ਜ਼ਰੂਰ ਕਰੂੰਗੀ। ਜਦੋਂ ਵੀ ਮੈਂ ਕੁਝ ਦੇਖਦੀ ਹੈਗੀ ਹਾਂ ਜਿਹੜਾ ਪ੍ਰੋਫਾਈਲ ਕਰਨਾ ਚਾਹੀਦਾ ਹੈਗਾ ਮੈਂ ਕਰਦੀ ਹਾਂ। ਤੁਸੀਂ ਮਨਮੀਤ ਸਿੰਘ ਭੁੱਲਰ ਦੀ ਗੱਲ ਕੀਤੀ ਸੀ ਜੀ, ਉਹਨਾਂ ਨੇ ਜਿਹੜੀ ਪ੍ਰੋਫਾਈਲ ਆਪਣੀ ਕਮਿਊਨਿਟੀ ਨੂੰ ਦਿੱਤੀ ਸੀ, ਤੇ ਹੁਣ ਉਹਨਾਂ ਦੀ ਜਿਹੜੀ ਲੈਗੇਸੀ ਹੈਗੀ ਹੈ ਮਨਮੀਤ ਸਿੰਘ ਭੁੱਲਰ ਪਾਰਕ, ਉਹ ਚੀਜ਼ਾਂ ਆਪਾਂ ਕੈਰੀ ਫੋਰਵਰਡ ਕਰੀਏ। ਆਪਾਂ ਯਾਦ ਰੱਖੀਏ ਵੀ ਆਪਣੇ ਤੋਂ ਪਹਿਲਾਂ ਕੌਣ ਆਇਆ ਸੀ, ਉਹਨਾਂ ਦੀ ਮੈਮਰੀ ਅਲਾਈਵ ਰੱਖੀਏ, ਤੇ ਆਪਾਂ ਰਲ ਕੇ ਦੱਬ ਕੇ ਜਿਹੜਾ ਅੱਗੇ ਕੰਮ ਕਰਨਾ ਹੈਗਾ ਉਹ ਕਰੀਏ ਸੇਵਾ ਦੇ ਨਾਮ ਵਿੱਚ। ਕੀ ਬਾਤ ਹੈ। ਮੈਂ 2 ਮਿੰਟ ਥੋੜੇ ਹੋਰ ਲਵਾਂਗਾ। ਨਵੀਂ ਕਾਉਂਸਲ ਆਈ ਹੈ, ਨਵੇਂ ਕਾਉਂਸਲ ਮੈਂਬਰ ਹੈਗੇ, ਹਾਊ ਡੂ ਯੂ ਫੀਲ ਲਾਈਕ ਟੂ ਵਰਕਿੰਗ ਵਿਦ ਨਿਊ ਪੀਪਲ? ਦੇਖੋ ਜੀ, ਬਹੁਤ ਖੁਸ਼ੀ ਹੋਈ ਇਸ ਕਾਉਂਸਲ ਦੇ ਨਾਲ। ਇਸ ਕਾਉਂਸਲ ਦੇ ਵਿੱਚ ਜਿਹੜਾ ਕੰਪੈਸ਼ਨ ਹੈਗਾ ਨਾ, ਦਿਲ ਤੋਂ ਗੱਲ ਕਰਦੇ ਆ ਸਾਰੇ, ਉਹ ਬੜੀ ਅੱਛੀ ਲੱਗਦੀ ਹੈ ਮੈਨੂੰ ਚੀਜ਼। ਮੈਨੂੰ ਯਾਦ ਹੈ ਜਦੋਂ ਅਸੀਂ ਇੱਕ ਡਿਬੇਟ ਕਰ ਰਹੇ ਸੀਗੇ, ਪਾਰਕ ਸਿਕਿਉਰਿਟੀ ਦੀ ਗੱਲ ਚੱਲ ਰਹੀ ਸੀ ਵੀ ਆਪਣੇ ਪਾਰਕਸ ਵਿੱਚ ਸਿਕਿਉਰਿਟੀ ਜ਼ਿਆਦਾ ਹੋਣੀ ਚਾਹੀਦੀ ਹੈ, ਤੇ ਇੱਕ ਮੈਂਬਰ ਆਫ ਕਾਉਂਸਲ ਨੇ, ਕਾਉਂਸਲਰ ਪੈਨਰ ਨੇ ਕਿਹਾ, ਦੇਖੋ ਜੀ, ਜੇ ਆਪਾਂ ਸਿਕਿਉਰਿਟੀ ਦੀ ਗੱਲ ਕਰਦੇ ਹਾਂ ਫਿਰ ਤਾਂ ਆਪਾਂ ਇਹੀ ਕਹਿੰਦੇ ਹਾਂ ਵੀ ਜਿਹੜਾ ਵਿਚਾਰਾ ਕੋਈ ਪਿਆ ਹੈਗਾ ਬੈਂਚ ਤੇ ਉਹਨੂੰ ਕੱਢ ਦਿਓ ਉੱਥੋਂ। ਆਪਾਂ ਇਹ ਚੀਜ਼ ਕਰ ਨਹੀਂ ਸਕਦੇ। ਪਾਰਕ ਸਿਕਿਉਰਿਟੀ ਦੀ ਬਜਾਏ ਆਪਾਂ ਪਬਲਿਕ ਸੇਫਟੀ ਦੀ ਗੱਲ ਦੇਖੀਏ ਵੀ ਦੋਨੇ ਇਨਸਾਨ ਜਿਹੜੇ ਹੈਗੇ, ਜਿਹੜਾ ਵਿਜ਼ਿਟ ਕਰ ਰਿਹਾ ਪਾਰਕ ਨੂੰ ਤੇ ਜਿਹੜੇ ਕੋਲ ਘਰ ਨਹੀਂ ਹੈਗਾ, ਦੋਨਾਂ ਦੀ ਕਿਵੇਂ ਆਪਾਂ ਸੇਵਾ ਕਰ ਸਕਦੇ।
ਬੜੀ ਵੱਡੀ ਗੱਲ ਸੀ ਜੀ ਕਈ ਵਾਰੀ ਇਹ ਜੀ ਛੋਟੀ ਸੈਂਟੈਂਸ ਦੇ ਨਾਲ ਨਾ ਤੁਹਾਡੀ ਮਾਈਂਡਸੈਟ ਚੇਂਜ ਹੋ ਜਾਂਦੀ ਹੈ ਸੋ ਜੇ ਅਸੀਂ ਸੇਵਾ ਕਰਨੀ ਹੈ ਸਿਰਫ ਉਹਨਾਂ ਨੂੰ ਨਹੀਂ ਕਰਨੀ ਜਿਹੜੇ ਵਿਜ਼ਿਟ ਕਰ ਰਹੇ ਹੈਗੇ ਆ ਪਾਰਕਸ ਜਿਹੜੇ ਵਿਚਾਰੇ ਪਏ ਹੈਗੇ ਆ ਬਾਹਰ ਉਹਨਾਂ ਦੀ ਵੀ ਕਰਨੀ ਚਾਹੀਦੀ ਹੈ ਸੋ ਜਿਹੜੇ ਕੰਪੈਸ਼ਨ ਦੇ ਨਾਲ ਡਿਸੀਜਨਸ ਬਣ ਰਹੀਆਂ ਜਿਹੜੇ ਦਿਮਾਗ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹੈਗੀਆਂ ਕਾਉਂਸਲ ਦੇ ਵਿੱਚ ਕਾਉਂਸਲਰ ਵਾਲਕਟ ਜਦੋਂ ਗੱਲ ਕਰਦਾ ਹੈਗਾ ਪਤਾ ਲੱਗਦਾ ਵੀ ਚੰਗੀ ਤਰ੍ਹਾਂ ਸੋਚ ਸਮਝ ਕੇ ਉਹਨੇ ਆਪਦਾ ਓਪੀਨੀਅਨ ਦਿੱਤਾ ਹੈਗਾ ਇਹ ਜਿਹੇ ਕਾਉਂਸਲਰਸ ਦੇ ਨਾਲ ਬੜਾ ਮਜ਼ਾ ਆਇਆ ਹੈਗਾ ਵੀ ਮੈਂ ਇੱਥੇ ਸਰਵ ਕਰੂੰਗੀ ਇਹਨਾਂ ਦੇ ਨਾਲ because you were there as a counselor also and now you are heading them as a family head ਤੇ ਥੋੜਾ ਜਿਹਾ ਆਪਣੇ ਆਪ ਨੂੰ ਇਵੈਲੂਏਸ਼ਨ ਆ ਜਾਂਦੀ ਕਿ ਯਾਰ ਆਪਾਂ ਜਿਹੜੇ ਲਾਸਟ 4 ਸਾਲ ਕੱਢੇ ਸੀਗੇ ਉਸ ਤਰ੍ਹਾਂ ਉਹ ਕਿਵੇਂ ਆਪਾਂ ਲੋਕਾਂ ਨਾਲ ਕਰ ਰਹੇ ਸੀਗੇ ਆਨਰੇਬਲ ਨੈਂਸ਼ੀ ਵੀ ਸੀਗੇ ਉਸ ਟਾਈਮ ਤੇ ਅਸੀਂ ਉਹਨਾਂ ਨਾਲ ਕਿਵੇਂ ਗੱਲ ਕਰਦੇ ਸੀਗੇ ਲੋਕੀ ਕਿਵੇਂ ਬਿਹੇਵ ਕਰਦੇ ਸੀਗੇ ਬਟ ਹੁਣ ਇੱਕ ਨਵਾਂ ਕਾਉਂਸਲ ਆਇਆ ਨਵੇਂ ਲੋਕ ਆਏ ਤਾਂ ਡੈਫੀਨਿਟਲੀ ਥੋੜਾ ਜਿਆਦਾ ਫਰਕ ਹੁੰਦਾ ਹੈ ਬਿਕਾਜ਼ ਤੁਸੀਂ ਯੂ ਹੈਵ ਸੀਨ ਬੋਥ ਸਾਈਡ ਆਫ ਦਾ ਕੋਇਨਸ ਰਾਈਟ ਹਾਂਜੀ ਦੋਨੇ ਸਾਈਡਸ ਦੇਖੇ ਹੈਗੇ ਆ ਕਾਫੀ ਵੱਖਰੀਆਂ ਪਰਸਨੈਲਿਟੀਜ਼ ਨਾਲ ਕੰਮ ਕੀਤਾ ਹੈਗਾ ਤੇ ਜਿਹੜੀ ਚੀਜ਼ ਮੈਂ ਕੀ ਲਿਆਉਣਾ ਚਾਹੁੰਦੀ ਹੈਗੀ ਆ ਥੋੜੀ ਜਿਹੀ ਸਟੈਡੀਨੈਸ ਕਾਮਨੈਸ ਤੇ ਜਿਹੜੀ ਮੇਅਰ ਦਾ ਰੋਲ ਹੈਗਾ ਨਾ ਐਸ ਚੇਅਰ ਮੈਂ ਉਹ ਚਾਹੁੰਦੀ ਹਾਂ ਵੀ ਉਸ ਚੀਜ਼ ਨੂੰ ਪ੍ਰੀਜ਼ਰਵ ਕੀਤਾ ਜਾਵੇ ਚੇਅਰ ਦੇ ਰੋਲ ਵਿੱਚ ਸੋ ਜਿਹੜੀ ਗਾਈਡ ਕਰਨੀ ਹੈਗੀ ਹੈ ਮੀਟਿੰਗ ਜਿਹੜੀ ਡਿਸਕਸ਼ਨ ਗਾਈਡ ਕਰਨੀ ਹੈਗੀ ਹੈ ਪ੍ਰੋਸੈਸਸ ਪ੍ਰੋਸੀਜਰਸ ਫੋਲੋ ਕਰਨੇ ਹੈਗੇ ਮੈਂ ਉਹਨਾਂ ਨੂੰ ਸਟੂਅਰਡ ਕਰਨਾ ਚਾਹੁੰਦੀ ਹਾਂ ਦੁਨੀਆ ਨੂੰ ਮੇਰੇ ਤੋਂ ਸੁਣਨਾ ਜ਼ਰੂਰੀ ਨਹੀਂ ਮੇਰੇ ਕੋਲੀਗਸ ਤੋਂ ਤੁਸੀਂ ਸੁਣੋਗੇ ਗੱਲਾਂ ਜੇ ਮੈਨੂੰ ਲੱਗਦਾ ਵੀ ਕੋਈ ਚੀਜ਼ ਮਿਸ ਹੋ ਗਈ ਹੈ then I will weigh in with my opinion ਨਹੀਂ ਤਾਂ ਮੈਂ ਚੁੱਪ ਰਹੂੰਗੀ ਮੈਂ ਮੀਟਿੰਗ ਨੂੰ ਫੈਸਿਲਿਟੇਟ ਕਰੂੰਗੀ ਮੈਨੂੰ ਪਤਾ ਵੀ ਮੇਰੇ ਜਿਹੜੇ ਕਾਉਂਸਲ ਮੈਂਬਰਸ ਹੈਗੇ ਉਹਨਾਂ ਨੇ ਸਾਰੀਆਂ ਗੱਲਾਂ ਠੀਕ ਕਰਨੀਆਂ ਕੀ ਬਾਤ ਹੈ ਲਾਸਟ ਕੁਐਸਚਨ ਤੁਹਾਡੇ ਕੋਲੋਂ ਜਿਹੜੇ ਬਹੁਤ ਲੋਕੀ ਪੁੱਛ ਰਹੇ ਆ ਕੋਈ ਟੈਕਸਸ ਇੰਕਰੀਜ਼ ਆਉਣ ਵਾਲੇ ਹੈ ਲੋਕਾਂ ਲਈ ਕਿਉਂਕਿ ਹੁਣ ਨਵਾਂ ਸੈਸ਼ਨ ਹੋਏਗਾ ਨਵਾਂ ਹੁਣ ਈਅਰ ਸ਼ੁਰੂ ਹੋ ਰਿਹਾ ਹੈ ਕਿਉਂਕਿ ਪਿਛਲੇ ਬਹੁਤ ਸਾਲਾਂ ਤੋਂ ਇਹ ਚੱਲ ਰਿਹਾ ਹੈ ਕਿ ਕੰਮ ਕਾਜ ਹੈਗੇ ਨਹੀਂ ਲੋਕਾਂ ਕੋਲ ਘੱਟ ਕੰਮ ਹੈਗਾ ਤੇ ਕਿਵੇਂ ਚੱਲੇਗਾ ਕਿ ਕੁਝ ਰਿਫਾਰਮਸ ਆਉਣ ਵਾਲੇ ਹੈਗੇ ਆ ਜਾਂ ਫਿਰ ਥੋੜੀ ਜਿਹੀ ਰਾਹਤ ਮਿਲਣ ਵਾਲੀ ਲੋਕਾਂ ਨੂੰ ਟੈਕਸਿਸ ਦੀ ਮੈਂ ਇਹ ਗੱਲ ਕਰਨਾ ਚਾਹੁੰਦੀ ਹਾਂ ਜੀ ਜਦੋਂ ਆਪਾਂ ਦੇਖੀਦੇ ਆ ਫੈਡਰਲ ਤੇ ਪ੍ਰੋਵਿੰਸ਼ੀਅਲ ਟੈਕਸੇਸ਼ਨ ਸਿਸਟਮਸ ਉਹ ਇਨਕਮ ਦੇ ਨਾਲ ਰਿਲੇਟਡ ਹੈਗੇ ਸੋ ਆਪਾਂ ਨੂੰ ਪਤਾ ਜਦੋਂ ਆਪਣੇ ਜ਼ਿਆਦਾ ਪੈਸੇ ਬਣਦੇ ਆਪਾਂ ਟੈਕਸਿਸ ਜ਼ਿਆਦਾ ਦੇਵਾਂਗੇ ਆਪਾਂ ਨੂੰ ਉਸ ਚੀਜ਼ ਦੀ ਨਹੀਂ ਤਕਲੀਫ ਹੁੰਦੀ ਕਿਉਂਕਿ ਆਪਾਂ ਨੂੰ ਪਤਾ ਵੀ ਉਹ ਫਾਰਮੂਲਾ ਕੀ ਹੈਗਾ ਸਾਨੂੰ ਕੀ ਪ੍ਰੋਬਲਮ ਆਉਂਦੀ ਹੈਗੀ ਹੈ ਅਸੀਂ ਤੁਹਾਡੀ ਇਨਕਮ ਤੇ ਨਹੀਂ ਟੈਕਸਿਸ ਕਲੈਕਟ ਕਰਦੇ ਤੁਹਾਡੀ ਇਨਕਮ ਨਾਲ ਸਾਡਾ ਕੋਈ ਤਾਲੁਕ ਨਹੀਂ ਤੇ ਕਈ ਵਾਰੀ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਸੋ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਹੈ ਜਦੋਂ ਕੋਈ ਫਿਕਸਡ ਇਨਕਮ ਤੇ ਹੁੰਦਾ ਜਾਂ ਜੌਬ ਲਾਸ ਹੁੰਦੀ ਹੈ ਅਸੀਂ ਉਸ ਚੀਜ਼ ਨੂੰ ਦੇਖ ਨਹੀਂ ਸਕਦੇ ਅਸੀਂ ਸਿਰਫ ਤੁਹਾਡੀ ਪ੍ਰਾਪਰਟੀ ਅਸੈਸਮੈਂਟ ਦੇਖ ਸਕਦੇ ਹਾਂ ਸੋ ਜੇ ਤੁਹਾਡਾ ਘਰ ਬੜਾ ਅੱਛਾ ਹੈਗਾ ਬੜੇ ਸੋਹਣੇ ਥਾਂ ਵਿੱਚ ਤੇ ਉਹਦੀ ਅਪਰੀਸ਼ੀਏਟ ਹੋ ਰਹੀ ਹੈ ਵੈਲਿਊ ਤੁਹਾਡੇ ਟੈਕਸਿਸ ਵਧ ਰਹੇ ਆ ਉਸ ਰੀਜ਼ਨ ਵਾਸਤੇ ਸੋ ਅਸੀਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਪਿਛਲੇ 4 ਸਾਲਾਂ ਵਿੱਚ ਵੀ ਕਿਹਾ ਵੀ ਇਹ ਚੀਜ਼ ਗਲਤ ਹੈਗੀ ਹੈ ਪਰਟੀਕੂਲਰਲੀ ਆਪਣੇ ਸੀਨੀਅਰਸ ਵਾਸਤੇ ਹੁਣ ਤੁਸੀਂ ਦੇਖੋ ਜਿਨ੍ਹਾਂ ਨੇ ਐਸਟੈਬਲਿਸ਼ਡ ਏਰੀਆ ਵਿੱਚ ਘਰ ਲਿਆ ਸੀਗਾ ਕੋਈ 50 ਸਾਲ ਹੋ ਗਏ ਉਸ ਘਰ ਦੀ ਵੈਲਿਊ $1 ਮਿਲੀਅਨ ਤੇ ਪਹੁੰਚ ਗਈ ਇਨਕਮ ਤਾਂ ਉਹਨਾਂ ਦੀ ਸਿਰਫ 20,000 ਹੈਗੀ ਹੈ ਫਿਕਸਡ ਇਨਕਮ ਇਟਸ ਨਾਟ ਰੀਜ਼ਨੇਬਲ ਇਟਸ ਨਾਟ ਫੇਅਰ ਅਸੀਂ ਉਸ ਚੀਜ਼ ਨੂੰ ਕਿਵੇਂ ਫਿਕਸ ਕਰ ਸਕਦੇ ਹਾਂ ਸਾਨੂੰ ਲੱਗਦਾ ਹੈਗਾ ਵੀ ਜਿਹੜੀ ਟੈਕਸੇਸ਼ਨ ਰਿਫਾਰਮ ਕਰਨ ਵਾਲੀ ਹੈਗੀ ਹੈ ਨਾ ਪ੍ਰੋਪਰਟੀ ਟੈਕਸ ਵੈਲਿਊਏਸ਼ਨ ਤੇ ਕਰਨੀ ਪਊਗੀ ਸਾਨੂੰ ਬਾਕੀ ਜਿਹੜੀ ਆਪਰੇਟਿੰਗ ਬਜਟ ਹੈਗੀ ਹੈ ਸਾਡੀ ਉਹ ਡਿਕਟੇਟ ਕਰਦੀ ਹੈ ਵੀ ਅਸੀਂ ਕਿੰਨੇ ਪੈਸੇ ਕਲੈਕਟ ਕਰਨੇ ਹੈ ਅਸੀਂ 4 ਸਾਲਾਂ ਦੀ ਜਦੋਂ ਹੁਣ ਬਜਟ ਸੈੱਟ ਕਰਨੀ ਹੈ ਬੜੇ ਸੋਚ ਸਮਝ ਕੇ ਕਰਾਂਗੇ ਦੇਖਾਂਗੇ ਵੀ ਕੀ ਸਰਵਿਸਿਜ਼ ਚਾਹੀਦੀਆਂ ਤੇ ਉੱਥੋਂ ਤੁਹਾਡਾ ਟੈਕਸ ਰੇਟ ਸੈੱਟ ਹੋਊਗਾ ਜੀ That's amazing. ਜੋਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਟਾਈਮ ਦੇਣ ਲਈ ਤੇ ਆਉਣ ਵਾਲੇ ਟਾਈਮ 'ਚ ਵੀ ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਕਦੇ ਵੀ ਤੁਹਾਨੂੰ ਸਾਡੀ ਲੋੜ ਹੋਏ ਕੋਈ ਮੈਸੇਜ ਦੇਣਾ ਹੋਏ ਕਮਿਊਨਿਟੀ ਨੂੰ ਸਾਨੂੰ ਪਲੀਜ਼ ਯਾਦ ਰੱਖੋ ਪਲੀਜ਼ ਪੁੱਟ ਅਸ ਔਨ your media list and get us over here or you're most welcome to come to our studios whenever you have time so that we can serve the community with right messages with right information ਕਿਉਂਕਿ ਅੱਧੇ ਜ਼ਿਆਦਾ ਲੋਕਾਂ ਨੂੰ ਨਾ right message ਮਿਲਦਾ ਹੀ ਨਹੀਂ ਹੈਗਾ they just keep on revolving around websites ਜਾਂ ਕਿਸੇ ਨੇ ਕੋਈ ਗੱਲ ਕਹਿਤੀ ਬਸ ਉਹਦੇ ਪਿੱਛੇ ਲੱਗ ਜਾਂਦੇ ਹੈਗੇ ਆ awareness is very important ਦੇਖੋ ਜੀ ਮੈਂ ਕਹਿਣਾ ਚਾਹੁੰਦੀ ਹੈਗੀ ਹਾਂ ਜਿਹੜਾ ਕੰਮ ਆਪਣੀ ਪੰਜਾਬੀ ਮੀਡੀਆ ਵਾਲਿਆਂ ਨੇ ਕੀਤਾ ਹੈਗਾ ਇਸ ਸ਼ਹਿਰ ਵਿੱਚ ਤੇ ਜਿਹੜੀ ਲੀਡਰਸ਼ਿਪ ਦਿਖਾਈ ਹੈਗੀ ਹੈ ਸਪੈਸ਼ਲੀ ਮਿਊਨਿਸਪਲ ਲੈਵਲ ਤੇ ਬਿਕਾਜ਼ ਪਹਿਲਾਂ ਤਾਂ ਇਸ ਆਰਡਰ ਆਫ ਗਵਰਨਮੈਂਟ ਨੂੰ ਤਾਂ ਇਗਨੋਰ ਕੀਤਾ ਜਾਂਦਾ ਸੀਗਾ ਸੋ ਮੈਂ ਅਪਰੀਸ਼ੀਏਟ ਕਰਦੀ ਹਾਂ ਵੀ ਤੁਸੀਂ ਸਾਨੂੰ ਮੌਕਾ ਦਿੰਦੇ ਹੈਗੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਵੀ ਮੇਰੇ ਨਾਲ ਵਾਰਡ 5 ਕਾਉਂਸਲਰ ਰਾਜ ਧਾਲੀਵਾਲ ਉਹ ਵੀ ਹਮੇਸ਼ਾ ਜਦੋਂ ਤੁਸੀਂ ਬੁਲਾਓਗੇ ਅਸੀਂ ਦੋਨੇ ਆਵਾਂਗੇ ਅਸੀਂ ਚੀਜ਼ਾਂ ਐਕਸਪਲੇਨ ਕਰਾਂਗੇ ਆਪਣੀ ਬੋਲੀ ਵਿੱਚ ਐਕਸਪਲੇਨ ਕਰਾਂਗੇ ਵੀ ਸਾਰਿਆਂ ਨੂੰ ਸਮਝ ਆ ਜੇ ਅਸੀਂ ਕਦੇ ਡਰਦੇ ਨਹੀਂ ਕਿ ਕੁਐਸਚਨਸ ਲੈਣ ਤੋਂ ਤੁਸੀਂ ਜ਼ਰੂਰ ਸਾਨੂੰ ਦੱਸਿਓ ਜਦੋਂ ਸਾਡੀ ਲੋੜ ਹੈਗੀ ਹੈ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਰਲ ਕੇ ਕੰਮ ਕਰਾਂਗੇ ਜੀ Thank you so much. We wish you and all your staff over here, all your family,
Merry Christmas, Happy Holidays and Happy New Year and may God bless you and ਮੈਂ ਸਾਰੇ ਵੱਲੋਂ ਆਪਣੇ ਪੂਰੇ ਮੀਡੀਆ ਟੀਮ ਵੱਲੋਂ ਇਹ ਕਹੂੰਗਾ ਕਿ ਤੁਸੀਂ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ ਤੇ ਸਾਲੋਂ ਸਾਲ ਤੁਸੀਂ ਇਸ ਸੀਟ ਤੇ ਰਹੋ ਤੇ ਇਸ ਕੈਲਗਰੀ ਦੀ ਜਿੰਨੀ ਸ਼ਾਨ ਵਧਾ ਸਕਦੇ ਹੋ ਵਧਾਓ। ਥੈਂਕ ਯੂ ਜੀ ਤੇ ਮੈਂ ਵੀ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਜੀ ਨਵੇਂ ਸਾਲ ਦੀਆਂ ਵਧਾਈਆਂ ਜੀ ਜੇ ਤੁਸੀਂ ਕ੍ਰਿਸਮਸ ਸੈਲੀਬ੍ਰੇਟ ਕਰਦੇ ਆ ਕ੍ਰਿਸਮਸ ਦੀਆਂ ਵਧਾਈਆਂ ਹੌਲੀਡੇਜ਼ ਆਪਦੇ ਪਰਿਵਾਰ ਨਾਲ ਸੈਲੀਬ੍ਰੇਟ ਕਰੋ ਜੀ ਇੰਜੋਏ ਕਰੋ ਤੇ ਆਪਾਂ ਇਕੱਠੇ ਰਲ ਕੇ ਸੇਵਾ ਕਰਾਂਗੇ ਸਾਰਿਆਂ ਦੀ। ਥੈਂਕ ਯੂ ਸੋ ਮਚ। ਥੈਂਕ ਯੂ। ਤੇ ਇਹ ਸੀਗੇ ਸਾਡੇ ਪ੍ਰਿਯ ਸਾਡੇ ਆਪਣੇ ਜੋਤੀ ਗੋਡਿਕ ਜੀ ਅਸੀਂ ਤੁਹਾਡੇ ਨਾਲ ਦੁਬਾਰਾ ਰਾਬਤਾ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਪੋਲਿਟਿਕਸ ਐਨੀਵੇਅਰ ਐਂਡ ਐਵਰੀਵੇਅਰ।